So, students, in this session, we are going to discuss what are the different causes of loss of biodiversity, right? ਆਪਾਂ ਜਾਣਦੇ ਹਾਂ ਸਟੂਡੈਂਟਸ ਕਿ ਬਾਇਓਡਾਇਵਰਸਿਟੀ ਜਿਹੜੀ ਹੈ ਉਹ ਲਾਸ ਹੁੰਦੀ ਜਾ ਰਹੀ ਹੈ। ਨੰਬਰ ਆਫ ਸਪੀਸ਼ੀਜ਼ ਇਹੋ ਜਿਹੇ ਨੇ ਜਿਹੜੇ ਆਲਰੇਡੀ ਐਕਸਟਿੰਕਟ ਹੋ ਚੁੱਕੇ ਨੇ ਤੇ ਇਹੋ ਜਿਹੇ ਕਈ ਆਰਗੈਨਿਜ਼ਮ ਨੇ ਜਿਹੜੇ ਰਿਸਕ ਆਫ ਐਕਸਟਿੰਕਸ਼ਨ ਤੇ ਨੇ, endangered ਨੇ, ਰਾਈਟ? ਤਾਂ ਆਪਾਂ ਰੀਜ਼ਨਸ ਫਾਈਂਡ ਆਊਟ ਕਰਨੇ ਨੇ कि what are the major reasons कि biodiversity loss क्यों हो रही है। But before discussing this topic, first of all we have to discuss what is extinction। extinction की हुंदी है, extinction किवें हुंदी है, ਤਾਂ एक रेड लिस्ट है वो की है, किन्ने दित्ती है, we'll discuss it before discussing the causes of loss of biodiversity। okay, what is extinction? बेटा extinction ਦਾ मतलब ਕੀ ਹੁੰਦਾ कि कोई species, ऐसी कोई species ਜਿਹੜੀ ਅਰਥ ਤੋਂ ਟੋਟਲੀ ਐਲੀਮੀਨੇਟ ਹੋ ਚੁੱਕੀ ਹੈ, ਖਤਮ ਹੋ ਚੁੱਕੀ ਹੈ, ਉਹਦਾ ਇੱਕ ਵੀ ਆਰਗੈਨਿਜ਼ਮ ਜਿਹੜਾ ਉਹ ਲੈਫਟ ਨਹੀਂ ਹੈ, ਰਾਈਟ? ਕੀ ਹੈ ਐਕਸਟਿੰਕਸ਼ਨ? ਟੋਟਲ ਐਲੀਮੀਨੇਸ਼ਨ ਆਫ ਐਨੀ ਸਪੀਸ਼ੀਜ਼ ਫਰੋਮ ਦ ਅਰਥ। ਕੋਈ ਐਸੀ ਸਪੀਸ਼ੀਜ਼ ਜਿਹੜੀ ਅਰਥ ਤੋਂ ਟੋਟਲੀ ਖਤਮ ਹੋ ਚੁੱਕੀ, ਐਲੀਮੀਨੇਟ ਹੋ ਚੁੱਕੀ, ਉਹਦਾ ਇੱਕ ਵੀ ਆਰਗੈਨਿਜ਼ਮ ਲੈਫਟ ਨਹੀਂ ਹੈ। ਬੇਸਿਕਲੀ ਐਕਸਟਿੰਕਸ਼ਨ ਜਿਹੜੀ ਹੁੰਦੀ ਬੇਟਾ 3 ਟਾਈਪਸ ਦੀ ਹੁੰਦੀ ਹੈ। ਨੈਚੁਰਲ ਐਕਸਟਿੰਕਸ਼ਨ, ਮਾਸ ਐਕਸਟਿੰਕਸ਼ਨ, ਐਂਥਰੋਪੋਜੈਨਿਕ ਐਕਸਟਿੰਕਸ਼ਨ। ਜਿਹੜੀ ਨੈਚੁਰਲ ਐਕਸਟਿੰਕਸ਼ਨ ਹੁੰਦੀ ਹੈ ਬੇਟਾ ਉਹ ਕੁਦਰਤੀ ਕੋਈ এনवायरमेंट 'ਚ ਚੇਂਜ ਆ ਗਿਆ, ਠੀਕ ਹੈ ਜੀ, ਜਾਂ ਕੋਈ ਹੋਰ ਇਹੋ ਜਿਹੀ ਕੰਡੀਸ਼ਨਸ ਚੇਂਜ ਹੋ ਗਈਆਂ ਕਿ ਕੋਈ ਸਪੀਸ਼ੀਜ਼ ਖਤਮ ਹੋ ਗਈ, ਠੀਕ ਹੈ। ਕਿਉਂਕਿ ਲੈਟ ਅਸ ਸਪੋਜ਼ ਅਗਰ ਮੈਂ ਤੁਹਾਨੂੰ ਇੱਕ ਫੋਰ ਐਗਜ਼ਾਮਪਲ ਇੱਕ ਸਿੰਪਲ ਜੀ ਗੱਲ ਸਮਝਾਉਣੀ, ਕੋਈ ਇੱਕ ਸਪੀਸ਼ੀਜ਼ ਹੈ, ਠੀਕ ਹੈ। ਜਿਵੇਂ ਸਪੋਜ਼ ਮੈਂ ਡਾਇਨਾਸੌਰਸ ਦੀ ਗੱਲ ਕਰਦੀ ਹਾਂ। ਡਾਇਨਾਸੌਰਸ ਜਿਹੜੇ ਸੀਗੇ ਸਾਇੰਟਿਸਟ ਮੰਨਦੇ ਸੀ ਕਿ ਉਹ ਨੈਚੁਰਲੀ ਐਕਸਟਿੰਕਟ ਹੋਇਆ, ਠੀਕ ਹੈ। ਦੇਵਰ ਰਿਪਟਾਈਲਸ, ਠੀਕ ਹੈ। ਤਾਂ এনवायरमेंट ਦੇ ਵਿੱਚ ਇਹੋ ਜਿਹੀਆਂ ਚੇਂਜਸ ਆ ਗਈਆਂ ਕਿ ਉਹ ਸਰਵਾਈਵ ਨਹੀਂ ਕਰ ਪਾ ਰਹੇ ਸੀ। ਤਾਂ ਜਦੋਂ ਕੋਈ ਆਰਗੈਨਿਜ਼ਮ ਆਪਣੇ ਆਪ ਨੂੰ ਅਕੋਰਡਿੰਗ ਟੂ ਚੇਂਜ ਇਨ এনवायरमेंट ਅਡੈਪਟ ਨਾ ਕਰ ਸਕੇ ਤਾਂ ਅਸੀਂ ਉਹਨੂੰ ਨੈਚੁਰਲ ਐਕਸਟਿੰਕਸ਼ਨ ਕਹਿੰਦੇ ਹਾਂ, ਠੀਕ ਹੈ। ਮਾਸ ਐਕਸਟਿੰਕਸ਼ਨ ਕੀ ਹੁੰਦੀ ਹੈ? ਜਦੋਂ ਕੋਈ ਇਹੋ ਜਿਹੀ ਕੋਈ ਚੇਂਜ ਆ ਜਾਵੇ, ਇਹੋ ਜਿਹਾ ਕੋਈ ਵੱਡਾ ਕੋਈ ਪ੍ਰੋਬਲਮ ਆ ਜਾਵੇ ਜਾਂ ਕੋਈ ਨੈਚੁਰਲ ਕੈਲੈਮਿਟੀ ਆ ਜਾਵੇ, ਕੁਝ ਵੱਡੀ ਪ੍ਰੋਬਲਮ ਹੋ ਜਾਏ ਜਿਹਦੇ ਕਰਕੇ ਪੂਰੇ ਦਾ ਪੂਰਾ ਲਾਰਜ ਗਰੁੱਪ ਆਫ ਸਪੀਸ਼ੀਜ਼ ਜਾਂ ਲਾਰਜ ਨੰਬਰ ਆਫ ਸਪੀਸ਼ੀਜ਼ ਕੰਪਲੀਟਲੀ ਐਕਸਟਿੰਕਟ ਹੋ ਜਾਏ, ਇਕੱਠੇ ਹੀ ਆਰਗੈਨਿਜ਼ਮ, ਠੀਕ ਹੈ। ਕੋਈ ਇਹੋ ਜਿਹਾ ਏਰੀਆ ਜਿੱਥੇ ਕੋਈ ਇੱਦਾਂ ਦੀ ਕੋਈ ਕੈਲੈਮਿਟੀ, ਕੋਈ ਕੈਟਾਸਟ੍ਰੋਫ ਆ ਜਾਏ ਕਿ ਪੂਰਾ ਏਰੀਆ ਡਿਸਟਰੋਏ ਹੋ ਗਿਆ, ਉੱਥੇ ਲਾਰਜ ਨੰਬਰ ਆਫ ਆਰਗੈਨਿਜ਼ਮ ਸੀਗੇ, ਉਹ ਸਾਰੇ ਦੇ ਸਾਰੇ ਖਤਮ ਹੋ ਗਏ, ਉਹਨੂੰ ਮਾਸ ਐਕਸਟਿੰਕਸ਼ਨ ਕਹਿੰਦੇ ਆ। ਦੈਨ ਇਜ਼ ਐਂਥਰੋਪੋਜੈਨਿਕ ਐਕਸਟਿੰਕਸ਼ਨ। ਬੇਟਾ ਐਂਥਰੋਪੋਜੈਨਿਕ ਐਕਸਟਿੰਕਸ਼ਨ, ਐਂਥਰੋਪੋਜੈਨਿਕ ਵਰਡ ਨੂੰ ਅਸੀਂ ਮੈਨ ਮੇਡ ਵੀ ਕਹਿ ਸਕਦੇ ਹਾਂ, ਜਾਂ ਕੋਈ ਐਸੀ ਚੀਜ਼ ਜਿਹੜੀ ਸਾਡੇ ਦੁਆਰਾ ਕੀਤੀ ਜਾਵੇ ਜਾਂ ਸਾਡੀਆਂ ਐਕਟੀਵਿਟੀਜ਼ ਦੁਆਰਾ ਅਗਰ ਕੋਈ ਸਪੀਸ਼ੀਜ਼ ਐਕਸਟਿੰਕਟ ਹੋ ਜਾਏ, ਦੈਟ ਇਜ਼ ਕਾਲਡ ਐਜ਼ ਐਂਥਰੋਪੋਜੈਨਿਕ ਐਕਸਟਿੰਕਸ਼ਨ, ਰਾਈਟ? ਦੇ ਕੁਛ ਐਗਜ਼ਾਮਪਲਸ ਡਿਸਕਸ ਕਰਦੇ ਹਾਂ। ਕੁਝ ਰੀਸੈਂਟ ਐਕਸਟਿੰਕਸ਼ਨ ਦੀ ਜਿਹੜੀ ਲਾਸਟ 40-50 ਈਅਰਸ ਤੋਂ ਹੋਈਆਂ। ਬੇਟਾ ਮੈਂ 40-50 ਈਅਰਸ ਨੂੰ ਰੀਸੈਂਟ ਕਹਿ ਰਹੀ ਹਾਂ ਬਿਕੋਜ਼ ਜਿਹੜੀ ਇਹ ਐਕਸਟਿੰਕਸ਼ਨ ਜਾਂ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਨਾ, ਇਹ ਬੇਟਾ ਥਾਊਜ਼ੈਂਡਸ ਆਫ ਈਅਰ ਲੱਗ ਜਾਂਦੇ ਨੇ, ਠੀਕ ਹੈ। ਇਹ ਸਭ ਚੀਜ਼ਾਂ ਚੇਂਜ ਹੁੰਦੇ ਆ, ਕੋਈ ਨਾ ਕੋਈ ਆਰਗੈਨਿਜ਼ਮ ਨੂੰ, ਸਪੀਸ਼ੀਜ਼ ਨੂੰ ਬਣਦੇ ਆ ਜਾਂ ਐਕਸਟਿੰਕਟ ਹੁੰਦੇ, ਕੁਝ ਵੀ ਹੈ, ਥਾਊਜ਼ੈਂਡਸ ਆਫ ਈਅਰ ਇਹ ਅਸੀਂ ਇਹਦੇ 'ਚ ਪੜ੍ਹਦੇ ਹਾਂ। ਪਰ ਜਦੋਂ ਆਪਾਂ 30, 40, 50 ਸਾਲ ਦੀ ਗੱਲ ਕਰੀਏ ਤਾਂ ਰੀਸੈਂਟ ਹੁੰਦਾ ਹੈ। ਸੋ ਰੀਸੈਂਟਲੀ ਜਿਹੜੀਆਂ ਐਕਸਟਿੰਕਸ਼ਨਸ ਹੋਈਆਂ ਨੇ, ਡੋਡੋ ਹੈ, ਮੌਰੀਸ਼ੀਅਸ ਦਾ ਇੱਕ ਬਰਡ ਹੈ, ਕੁਐਗਾ ਹੈ ਅਫਰੀਕਾ ਦਾ, ਸੀ ਕਾਓ ਹੈ, ਸਲੈਟਸ ਸੀ ਕਾਓ ਰਸ਼ੀਆ। 3 ਸਪੀਸ਼ੀਜ਼ ਆਫ ਟਾਈਗਰ ਜਿਹੜੇ ਐਕਸਟਿੰਕਟ ਹੋ ਚੁੱਕੇ ਨੇ, ਬਾਲੀ, ਜੈਵਨ ਅਤੇ ਕੈਸਪੀਅਨ। ਸੋ ਦੀਜ਼ ਆਰ ਦਾ ਫਿਊ ਐਗਜ਼ਾਮਪਲਸ ਕਿ ਜਿਹੜੀਆਂ ਆਰਗੈਨਿਜ਼ਮ ਰੀਸੈਂਟਲੀ ਐਕਸਟਿੰਕਟ ਹੋ ਚੁੱਕੇ ਨੇ, ਠੀਕ ਹੈ। ਅਤੇ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗੀ, ਹੁਣ ਤੱਕ ਲੌਂਗ ਪੀਰੀਅਡ ਦੀ ਆਪਾਂ ਮੈਂ ਕਿਹਾ ਸੀ ਨਾ ਕਿ ਇਹੋ ਜਿਹੀਆਂ ਜਿਹੜੀਆਂ ਐਕਸਟਿੰਕਸ਼ਨਸ ਹੁੰਦੀਆਂ ਨੇ ਥਾਊਜ਼ੈਂਡਸ ਆਫ ਈਅਰ ਲੱਗ ਜਾਂਦੇ ਨੇ, ਤਾਂ ਮੋਰ ਦੈਨ 3 ਬਿਲੀਅਨ ਈਅਰਸ ਤੋਂ ਲੌਂਗ ਪੀਰੀਅਡ ਦੀ ਗੱਲ ਕਰ ਰਹੇ ਹਾਂ ਆਪਾਂ। 5 ਐਕਸਟਿੰਕਸ਼ਨਸ, ਮਾਸ ਐਕਸਟਿੰਕਸ਼ਨਸ ਹੋ ਚੁੱਕੀਆਂ ਨੇ ਹੁਣ ਤੱਕ। 5 ਮਾਸ ਜਿਹੜੀ ਆਪਾਂ ਇੱਕ ਬੇਟਾ ਜਾਣਦੇ ਹਾਂ, ਜਿਹੜੀ ਲਾਸਟ ਜਿਹੜੀ ਆਪਾਂ ਜਾਣਦੇ ਹੋ ਡਾਇਨਾਸੌਰਸ ਦੀ ਸੀ ਕਿ ਡਾਇਨਾਸੌਰਸ ਐਕਸਟਿੰਕਟ ਹੋ ਗਏ ਸੀਗੇ। ਤਾਂ ਉਹ ਬੜੇ ਸਾਇੰਟਿਸਟ ਨੇ ਅਲੱਗ-ਅਲੱਗ ਥਿਊਰੀਜ਼ ਦਿੱਤੀਆਂ ਉਹਨਾਂ ਦੇ ਐਕਸਟਿੰਕਟ ਹੋਣ ਦੀਆਂ। ਕਈ ਕਹਿੰਦੇ ਰੈਪਟਾਈਲ ਸੀ, এনवायरमेंट 'ਚ ਇਹੋ ਜਿਹੇ ਚੇਂਜਸ ਆਈਆਂ, ਕੁਛ ਟੈਂਪਰੇਚਰ ਚੇਂਜਸ ਜਾਂ ਇਹੋ ਜਿਹੇ ਚੇਂਜਸ ਆਈਆਂ ਕਿ ਉਹ ਆਪਣੇ ਆਪ ਨੂੰ ਅਡੈਪਟ ਨਹੀਂ ਕਰ ਪਾਏ, ਐਕਸਟਿੰਕਟ ਹੋ ਗਏ। ਅਤੇ ਜਿਹੜੀ ਪ੍ਰੈਜ਼ੈਂਟ 6th ਐਕਸਟਿੰਕਸ਼ਨ ਹੋਈ ਹੈ ਉਹ ਡਿਊ ਟੂ ਹਿਊਮਨ ਐਕਟੀਵਿਟੀ ਹੋਈ, ਮੀਨਸ ਐਂਥਰੋਪੋਜੈਨਿਕ। ਸਾਡੀਆਂ ਐਕਟੀਵਿਟੀਜ਼ ਕਰਕੇ ਜਿਹੜੀ ਐਕਸਟਿੰਕਸ਼ਨ ਹੋਏ, ਦੈਟ ਇਜ਼ ਕਾਲਡ ਐਜ਼ ਐਂਥਰੋਪੋਜੈਨਿਕ ਐਕਸਟਿੰਕਸ਼ਨ। ਔਰ 6th ਐਕਸਟਿੰਕਸ਼ਨ ਇਜ਼ ਡਿਊ ਟੂ ਹਿਊਮਨ ਐਕਟੀਵਿਟੀਜ਼। ਪਹਿਲੀਆਂ 5 ਜਿਹੜੀਆਂ ਮੰਨੀਆਂ ਜਾਂਦੀਆਂ ਉਹ ਨੈਚੁਰਲ ਸੀਗੀਆਂ,
क्लियर है सारिਆਂ ਨੂੰ? सो दिस इज़ एक्सटिंक्शन। ਹੁਣ ਅਸੀਂ ਦੇਖਾਂਗੇ बेटा ਸਾਡੇ ਕੋਲ ਇੱਕ मैं ਤੁਹਾਨੂੰ ਦੱਸਣਾ ਚਾਹਾਂਗੀ ਇੱਥੇ ਇੱਕ ਬੜੀ ਇੰਪੋਰਟੈਂਟ ਗੱਲ ਕਿ देयर इज़ अ ऑर्गेनाइजेशन मैं अगे भी तुहानूं पढ़ाई सी IUCN इंटरनेशनल यूनियन ऑफ कंजरवेशन ऑफ नेचर या नैचुरल रिसोर्सिस कहा जाता है। इन्होंने एक लिस्ट बनाई जिन्हों रैड लिस्ट कहा जाता है, एक कैटलॉग हैगी है जिहदे कुछ कैटेगरीज बेटा दित्तियां हुई हैं, 8 कैटेगरीज दित्ती है जिस ऑर्गेनिज्म नू डिवाइड किया है कि किहड़े ऑर्गेनिज्म खत्म होने वाले है, किहड़े खत्म हो चुके हैं या सो ऑन। असीं हुणे डिस्कस करांगे। रैड लिस्ट कहते इहनूं, IUCN ने यह बनाई है। सो वर्ल्ड कंजरवेशन यूनिट WCU जिन्हों पहला IUCN कहते सी हुण WCU कहते हैं। इन्होंने एक रैकड मेनटेन किया है जिन्हों रैड डेटा बुक कहते हैं, एक पूरा रैकड है जिहदे थ्रैटनड स्पीशी ने। बेटा थ्रैटनड स्पीशी का मतलब जिहड़े रिस्क ते ने खत्म होने दे, जिहदा हैडकुआटर्स ग्लैंड स्विट्जरलैंड दे विच हैगा। ठीक है जी। सो WCU कह लो या IUCN कह लो, इन्होंने एक रैड डेटा बुक मेनटेन करके रखी है जिहदे विच ऑर्गेनिज्म दियां या जिहड़े थ्रैटनड स्पीशीज़ ने उन्होंने 8 कैटेगरी च डिवाइड किया गया। आपां हुण लिस्ट दे 8 कैटेगरीज डिस्कस करन जा रहे हैं। ठीक है जी। सो फस्ट कैटेगरी जिहड़ी असीं देखनी वो है एक्सटिंक्ट। बेटा एक्सटिंक्ट का मतलब की हुंदा है? एक्सटिंक्ट का मतलब साडे कोल हुंदा है कि वो वाला टैक्सा या वो वाला टैक्सन मतलब ऑर्गेनिज्म ਜਿਹੜੇ कंप्लीटली खत्म हो चुके ने, डाई आउट हो चुके ने, ਉਹਦਾ ਇੱਕ ਵੀ स्पीशीज़ इस अर्थ ਤੇ प्रेजेंट नहीं है। सॉरी एक भी ऑर्गेनिज्म उस पर्टिकुलर स्पीशीज़ का इंडिविजुअल इस अर्थ ਤੇ प्रेजेंट नहीं है, मीनस वो कंप्लीटली एक्सटिंक्ट हो चुके ने। फॉर एग्जाम्पल मैं डोडो की गल करा कि डोडो का एक भी ऑर्गेनिज्म इस अर्थ ਤੇ है नो, तो किहड़ी कैटेगरी दी आ गई? एक्सटिंक्ट, राइट। सैकेंड कैटेगरी साढ़े को जी रैड डेटा बुक दे विच है वो है एक्सटिंक्ट इन द वाइल्ड। मीनस इफ वी टॉक अबाउट नैचुरल हैबिटेट तो वो जो पर्टिकुलर स्पीशीज़ है या पर्टिकुलर टैक्सन है इट इज़ एक्सटिंक्ट इन इट्स नैचुरल हैबिटेट। नैचुरल हैबिटेट दे विच वो ऑर्गेनिज्म खत्म हो चुका है या जिथे असीं एक्सपैक्ट करते हैं कि वाइल्ड दे विच या जिथे भी ऑर्गेनिज्म मिलेगा उत्थे खत्म हो चुका है। ठीक है। बट यस कई ऐसे 1 और 2 ऐसे ऑर्गेनिज्म शायद हो सकता है कैप्टिविटी दे विच किवें जिवें जू है उहदे विच लैफ्ट होण शायद। ठीक है। सो बट मेनली वो अपने नैचुरल हैबिटेट दे विच कुदरती निवास दे विच नैचुरल जिहड़ी उहदी प्लेस है, जिहड़ी उहदी एक्सपैक्टेड प्लेस है, उत्थों ये ऑर्गेनिज्म खत्म हो चुके हैं। असीं इहनूं बोलते हैं बेटा एक्सटिंक्ट इन द वाइल्ड, राइट। नैक्सट साडे कोल आ गए क्रिटिकली एंडेंजर्ड स्पीशीज़। बेटा वो टैक्सन ਜਿਹੜੇ या कह लो वो ऑर्गेनिज्म ਜਿਹੜੇ हाई रिस्क ते ने एक्सटिंक्शन दे, मीनस इमीडिएट फ्यूचर दे विच बहुत जल्द ही हो सकता है वो खत्म हो जाण। इमीडिएट फ्यूचर दे विच दे आर एट हाई रिस्क ऑफ एक्सटिंक्शन। इट कैन बी इट विल बी एक्सटिंक्ट इन एनी मिनट और मैं कहांगी इन फ्यूचर टाइम किसी भी समय ते असीं इत्थे कहने एनी मोमेंटम सॉरी किसी भी मूवमेंट ते ये वाले ऑर्गेनिज्म जो खत्म हो सकते हैं। ठीक है। सो यहो जे कई प्लांट्स ते एनिमल्स ने जोड़े क्रिटिकली एंडेंजर्ड ने। इंडिया दे विच यहो जे 70 कैटेगरीज ने, 70 नंबर ऑफ प्लांट्स एंड एनिमल्स ने जोड़े क्रिटिकली एनिमल 70 ने तो प्लांट 62 ने ये जोड़े कि खत्म हो चुके हैं। ये डेटा 2014 च लिया खत्म होने वाले ने, हम सॉरी 2014 च डेटा लिया गया सी। जिवें एक एग्जाम्पल दे दें आपां पिगमी हॉग। ठीक है। एनिमल है जिहड़ा कि हाई रिस्क ते एक्सटिंक्शन दे किसी भी समय ते एक खत्म हो सकता है। मैं प्लांट की एग्जाम्पल भी तुहानूं दे दिंदी हां, पोडोफाइलम है साडे कोल। ठीक है जी। जिहड़ा कि क्रिटिकली एंडेंजर्ड हाई रिस्क ते है कि किसी भी टाइम वो स्पीशीज़ एक्सटिंक्ट हो सकती है, खत्म हो सकती है। दैन आगे एंडेंजर्ड। एंडेंजर्ड वाले स्पीशीज़ भी ਜਿਹੜੇ ਨੇ ਉਹ ਰਿਸਕ ਤੇ ਨੇ, ਹਾਈ ਰਿਸਕ ਤੇ ਨੇ ਖਤਮ ਹੋਣ ਦੀ ਨੀਅਰ ਫਿਊਚਰ ਦੇ ਵਿੱਚ, ਕਿਉਂਕਿ ਤੁਸੀਂ ਉਹਨਾਂ ਦਾ ਹੈਬਿਟੈਟ ਜਾਂ ਸਾਡੀਆਂ ਐਕਟੀਵਿਟੀਜ਼ ਕਰਕੇ ਉਹਦਾ ਹੈਬਿਟੈਟ ਡਿਸਟਰਬ ਹੋਇਆ ਪਿਆ ਔਰ ਜਾਂ ਅਸੀਂ ਬਹੁਤ ਜ਼ਿਆਦਾ ਉਸ ਆਰਗੇਨਿਜ਼ਮ ਦਾ ਸ਼ਿਕਾਰ ਕਰ ਰਹੇ ਹਾਂ। ਠੀਕ ਹੈ। ਸੋ ਉਹ ਐਂਡੇਂਜਰਡ ਦੀ ਕੈਟੇਗਰੀ 'ਚ ਆਉਂਦੇ ਆ। ਠੀਕ ਹੈ। ਸੋ ਅਸੀਂ ਅਗਰ
एंडेंजर्ड वाले ऑर्गेनिज्म ਦੀ ਪੋਚਿੰਗ ਕਰਨਾ ਛੱਡ ਦਈਏ, ਉਹਨਾਂ ਦੇ ਸ਼ਿਕਾਰ ਕਰਨਾ ਛੱਡ ਦਈਏ ਜਾਂ ਉਹਨਾਂ ਦੇ ਹੈਬਿਟੇਟ ਨੂੰ ਕੰਜ਼ਰਵ ਕਰ ਲਈਏ ਕਿਸੇ ਤਰੀਕੇ ਨਾਲ, ਹੋ ਸਕਦਾ ਹੈ ਕਿ ਅਸੀਂ ਉਹਨੂੰ ਸੇਵ ਕਰ ਸਕੀਏ, ਬਟ ਇਹ ਵੀ ਹਾਈ ਰਿਸਕ ਆਫ ਐਕਸਟਿੰਕਸ਼ਨ 'ਤੇ ਨੇ। ਸੋ ਦੀਜ਼ ਆਰ ਐਂਡੇਂਜਰਡ ਸਪੀਸ਼ੀਜ਼। ਇੰਡੀਆ ਦੇ ਵਿੱਚ ਅਬਾਊਟ 332 ਐਨੀਮਲਸ ਤੇ 325 ਪਲਾਂਟਸ ਇਸ ਰਿਸਕ 'ਤੇ ਨੇ। ਜਿਵੇਂ ਐਗਜ਼ਾਮਪਲ ਆਪਾਂ ਲੈ ਲਈਏ ਰੈੱਡ ਪਾਂਡਾ। ਸੋ ਰੈੱਡ ਪਾਂਡਾ ਐਂਡੇਂਜਰਡ ਕੈਟੇਗਰੀ ਦੇ ਵਿੱਚ ਆ ਜਾਂਦਾ ਹੈ, ਜਿਹੜਾ ਕਿ ਹਾਈ ਰਿਸਕ 'ਤੇ ਹੈ ख़त्म होने दे कि ਉਹਦੇ ऑर्गेनिज्म ਦਾ ਜਿਹੜਾ ਨੰਬਰ ख़त्म हो जाए। ब्लू वेल है ਸਾਡੇ ਕੋਲ, ਕੋਈ ਵੀ एग्जाम्पल ਤੁਸੀਂ ਯਾਦ ਕਰ ਸਕਦੇ ਹੋ, ब्लू वेल, राइट। नैक्सट चलते हैं जी वलनरेबल। सो वलनरेबल किहड़े स्पीशीज़ ने? वलनरेबल वो टैक्सन है बेटा ਜਿਹੜਾ ना तो क्रिटिकली एंडेंजर्ड है ना एंडेंजर्ड है, ठीक है। हाजी उन्होंने पॉपूलेशन ठीक है, सफिशेंट है, बट वो हौली हौली ड्यू टू सम फैक्टर्स वो रिस्क ते आ रहे ने, बट इमीडिएट फ्यूचर च नहीं भी हाँ कल ही खत्म हो जाएंगे, आने वाले एक अद्धे साल च 2 साल। इमीडिएट फ्यूचर का मतलब इत्थे पता की हुंदा कमिंग ईयर च 1 ईयर च 2 ईयर च खत्म हो जाएंगे। मीडियम टर्म फ्यूचर की हजे इन्हां दी पॉपूलेशन सफिशेंट है, बट अगर असी ना टेक केयर की, क्योंकि ये वाले जो ऑर्गेनिज्म ने कुछ फैक्टर्स ने ऐसे जोड़े इन्हों डिपलीट कर रहे हैं, जे असी उन्होंने फैक्टर्स का ध्यान रख लीए तो हो सकता है वलनरेबल स्पीशीज़ को बचा सकीए। दैन आ गया लोअर रिस्क स्पीशीज़। ये वो टैक्सन है बेटा, टैक्सा भी कह सकते हैं, +1 च डेफिनेशन करते हैं टैक्सा या टैक्सॉन की। ये लोअर रिस्क ते ने, ठीक है। पर जे देखो मैं इत्थे एक गल दसांगी तुहानूं, जे सपोज आप कहिए कि कोई ऑर्गेनिज्म लोअर रिस्क ऑफ एक्सटिंक्शन ते है, ਇਹਦਾ मतलब है कि ख़त्म तो नहीं होने वाला, बट ਤੁਹਾਨੂੰ थोड़ी जी अटेंशन भी ਅਸੀਂ ਉੱਤੇ ਦਈਏ ਤਾਂ ਉਹ ऑर्गेनिज्म फ्लरिश कर सकते हैं, होर वध फुल सकते हैं। रिस्क तो नहीं है, बट जे ਅਸੀਂ ਉੱਤੇ थोड़ा जिहा भी ध्यान दईए तो वो ऑर्गेनिज्म फर्दर फ्लरिश कर सकते हैं, वध फुल सकते हैं। सो वो असी बचा सकते हैं उन्होंने ऑर्गेनिज्म नूं। सो इहो जे इंडिया दे विच 109 एनिमल्स ते 73 प्लांट स्पीशीज़ ने टाइप्स ਜਿਹੜੀਆਂ कि असी लोअर रिस्क कैटेगरी च आती है। दैन इज़ डेटा डेफिशिएंट। बेटा डेटा डेफिशिएंट ये है कि ये ਜਿਹੜੇ टैक्सन है इस ये वाले ਇਹਦੇ ਵਿੱਚ ਜਿਹੜੇ ऑर्गेनिज्म आते हैं ਉਹਦੀ ਸਾਨੂੰ इन्फॉर्मेशन ही साढ़े को कंप्लीट है नहीं, साढ़े को इनएडिक्वेट इन्फॉर्मेशन है कि असी असैसमेंट कर सकीए कि रिस्क ऑफ एक्सटिंक्शन तो है या नहीं है। वी हैव डेफिशिएंट डेटा ऑफ सच स्पीशीज़ कि सानू पता ही नहीं लग रहा, ठीक है जी, असी असैसमेंट कर ही नहीं सकते, ओके, साड़ी कोई इन्फॉर्मेशन पूरी नहीं हैगी। सो बेटा लास्ट इज़ नॉट इवैल्यूएटेड। सो इस टैक्सन नू इवैल्यूएट नहीं किया जा सकता, ठीक है, कि असी इनू इवैल्यूएट करिए कि भी ये ख़त्म होने वाले है नहीं ख़त्म होने वाले। सो ये चीज़ असी इवैल्यूएट नहीं कर सकते। सो बेटा इदां दियां 8 कैटेगरीज़ रैड डेटा बुक दे विच हैगियां जिन्हों रैड लिस्ट कैटेगरी भी कहते हैं। तो ये वाले जोड़े ऑर्गेनिज्म ने ये सानू पता लग जाता है कि ऑर्गेनिज्म जो है कोई ख़त्म हो चुका है या ख़त्म होने वाला है। सो इस तो सानू एक कंप्लीट इन्फॉर्मेशन मिल जाती है, ठीक है जी। सो इदा एक अद्धे होर तरह के स्पीशीज़ होंगे, जिद्दां रेयर स्पीशीज़ की गल करिए, रेयर स्पीशीज़ होंगे जिहड़े तुहानूं ऑलरेडी किसी पर्टिकुलर जगह ते मिलते हैं, ठीक है। फॉर एग्जाम्पल जे मैं कहां एक लैपर्ड है जिहड़ा मैनूं हिमालयस ते ही मिलता है, वो रेयर स्पीशीज़ है, क्योंकि हैबिटेट लॉस हो रहा है या तुसीं इहदी पोचिंग कर रहे हो, खत्म हो जाएगा, ठीक है। पहला ही एक पर्टिकुलर जगह ते मिलता, जो वो जगह ते कोई प्रॉब्लम आ जाती तो फिर तो स्पीशीज़ लॉस हो जाएगी ना। सो इन्हां स्पीशीज़ नूं रेयर स्पीशीज़ कहते। सो एवें दियां बेटा कुछ कैटेगरीज ऑफ स्पीशीज़ ने जिहड़ी कि रैड डेटा बुक च अवेलेबल है। सो वी कैन गेट इन्फॉर्मेशन ऑफ सच स्पीशीज़, राइट। सो ये हो गया एक्सटिंक्शन की हुंदी है तो रैड डेटा बुक दे विच किहड़ियां कैटेगरीज ने ऑर्गेनिज्म दी। सो अज जो असी अपना मेन टॉपिक पढ़ना सी हुण असी डिस्कस करांगे वो है कॉजेज़ ऑफ बायोडाइवर्सिटी लॉस, ठीक है जी। बेटा वैसे तो देयर आर नंबर ऑफ रीजनस कि साडी बायोडाइवर्सिटी क्यों लॉस हो रही है, बट 4 मेजर रीजनस ने, इसी करके उन्होंने द इवल क्वार्टेट कहते। मीनस देयर आर 4 मेजर रीजन जिहदे करके साडी बायोडाइवर्सिटी लॉस हो रही है। सब तो पहला तो मेजर रीजन है बेटा हैबिटेट लॉस एंड फ्रैगमेंटेशन। जे असी किसी ऑर्गेनिज्म का हैबिटेट, उहदा घर, उहदा निवास नूं असी किसी ऑर्गेनिज्म के निवास नूं असी डिस्टर्ब कर दईए ड्यू टू
ਆਰ ਯੂਸਫੁਲਨੈਸ, ਆਪਣੇ ਯੂਸਫੁਲਨੈਸ ਲਈ, ਆਪਣੇ ਫਾਇਦੇ ਲਈ, ਅਸੀਂ ਆਪਣੇ ਐਡਵਾਂਟੇਜ ਲਈ ਅਗਰ ਅਸੀਂ ਉਹਦੇ ਹੈਬੀਟੈਟ ਨੂੰ ਯੂਜ਼ ਅਪ ਕਰ ਲਈਏ ਆਪਣੀ ਐਕਟੀਵਿਟੀਜ਼ ਲਈ, ਤਾਂ ਉਹਦਾ ਹੈਬੀਟੈਟ ਜਦੋਂ ਲਾਸ ਹੁੰਦਾ ਤਾਂ ਆਰਗੇਨਿਜ਼ਮ ਦਾ ਜਿਹੜਾ ਨੰਬਰ ਆ ਘਟਣਾ ਸ਼ੁਰੂ ਹੋ ਜਾਂਦਾ ਹੈ। ਸੋ ਇਹਦੇ ਲਈ ਜਿਹੜੀ ਸਭ ਤੋਂ ਡਰਾਮੈਟਿਕ ਐਗਜ਼ਾਮਪਲ ਹੈ ਬੇਟਾ ਹੈਬੀਟੈਟ ਲਾਸ ਦੀ, ਉਹ ਟ੍ਰੋਪੀਕਲ ਰੇਨ ਫੋਰੈਸਟ ਹੈ। ਕਿਸੇ ਸਮੇਂ ਤੇ ਅਰਥ ਤੇ 14% ਲੈਂਡ ਘੇਰਿਆ ਹੁੰਦਾ ਸੀ ਟ੍ਰੋਪੀਕਲ ਰੇਨ ਫੋਰੈਸਟ ਤੇ, ਬਹੁਤ ਹੈ 14% ਅਰਥ ਦਾ ਜਿੰਨਾ ਸਰਫੇਸ ਉਹਦਾ 14% ਟ੍ਰੋਪੀਕਲ ਰੇਨ ਫੋਰੈਸਟ ਨੇ ਘੇਰਿਆ ਸੀ, ਜਿਹੜਾ ਕਿ ਹੁਣ ਘਟਾ ਕੇ ਨੋ ਮੋਰ ਦੈਨ 6% ਰਹਿ ਗਿਆ। ਇਹਦਾ ਮਤਲਬ ਅਸੀਂ ਜਿਹੜਾ 14% ਏਰੀਆ ਸੀ ਉਹਨੂੰ ਇੰਨਾ ਕੁ ਡਿਸਟਰੋਏ ਕਰਤਾ ਕਿ 6% ਏਰੀਆ ਰਹਿ ਗਿਆ ਟ੍ਰੋਪੀਕਲ ਰੇਨ ਫੋਰੈਸਟ ਦਾ। ਤੇ ਫਰੈਗਮੈਂਟੇਸ਼ਨ ਕੀ ਹੁੰਦੀ ਹੈ? ਜਦੋਂ ਕਿਸੇ ਹੈਬਿਟੇਟ ਨੂੰ ਅਸੀਂ ਫਰੈਗਮੈਂਟਸ 'ਚ ਡਿਵਾਈਡ ਕਰ ਦਈਏ। ਸੈਂਟਰ 'ਚ ਸਮਝ ਲਓ ਇੱਕ ਪੂਰੀ ਏਰੀਆ ਹੈ, ਸੈਂਟਰ 'ਚੋਂ ਅਸੀਂ ਰੋਡ ਕੱਢ ਦਈਏ, ਕੋਈ ਕੈਨਲ ਨਿਕਲ ਰਹੀ ਹੈ, ਕੋਈ ਵੀ ਇਹੋ ਜਿਹੀ ਚੀਜ਼ ਜਿਹੜੀ ਉਸ ਪੂਰੇ ਸਰਫੇਸ ਏਰੀਆ ਨੂੰ 2 ਪਾਰਟਸ ਜਾਂ 3 ਪਾਰਟਸ 'ਚ ਡਿਵਾਈਡ ਕਰਦੇ, ਉਹਨੂੰ ਫਰੈਗਮੈਂਟੇਸ਼ਨ ਕਹਿੰਦੇ। ਔਰ ਫਰੈਗਮੈਂਟੇਸ਼ਨ ਦੇ ਕਾਰਨ ਵੀ ਹੈਬੀਟੈਟ ਲਾਸ ਹੁੰਦਾ। ਹੋਰ ਐਗਜ਼ਾਮਪਲ ਅਸੀਂ ਹੈਬੀਟੈਟ ਲਾਸ ਦੀ ਲੈ ਲੈਂਦੇ ਹਾਂ। ਅਮੇਜ਼ਨ ਰੇਨ ਫੋਰੈਸਟ, ਜਿਹਨੂੰ ਲੰਗਸ ਆਫ ਦਾ ਪਲੈਨਟ ਵੀ ਕਹਿੰਦੇ, ਅਸੀਂ ਡਿਸਕਸ ਕਰ ਚੁੱਕੇ ਹਾਂ, ਜਿਹਨੂੰ ਕੱਟ ਕੀਤਾ ਜਾ ਰਿਹਾ, ਕਲੀਅਰ ਕੀਤਾ ਜਾ ਰਿਹਾ ਕਲਟੀਵੇਸ਼ਨ ਆਫ ਸੋਇਆਬੀਨ ਲਈ ਜਾਂ ਫॉर द ਕੰਜ਼ਰਵੇਸ਼ਨ ਆਫ ਗ੍ਰਾਸਲੈਂਡ। ਮੀਨਸ ਅਸੀਂ ਨੈਚੁਰਲ ਜਿਹੜੇ ਅਮੇਜ਼ਨ ਰੇਨ ਫੋਰੈਸਟ ਹੋ ਗਿਆ, ਟ੍ਰੋਪੀਕਲ ਰੇਨ, ਅਸੀਂ ਇਹਨਾਂ ਨੂੰ ਡਿਸਟਰੋਏ ਕਰ ਰਹੇ ਹਾਂ, ਕੱਟ ਕਰ ਰਹੇ ਹਾਂ ਫॉर ਆਵਰ ਬੈਨੀਫਿਟ। ਠੀਕ ਹੈ, ਸੋ ਇਹ ਹੈ ਹੈਬੀਟੈਟ ਲਾਸ ਤੇ ਫਰੈਗਮੈਂਟੇਸ਼ਨ। ਜੇ ਹੈਬੀਟੈਟ ਲਾਸ ਹੋਣਗੇ ਤਾਂ ਉੱਥੇ ਰਹਿਣ ਵਾਲੇ ਜਿਹੜੇ ਆਰਗੇਨਿਜ਼ਮ ਨੇ, ਬਾਇਓਡਾਇਵਰਸਿਟੀ ਹੈ, ਪਲਾਂਟਸ, ਐਨੀਮਲ, ਉਹ ਸਭ ਡਿਸਟਰਬ ਹੋਣਗੇ। ਓਕੇ, ਨੈਕਸਟ ਸਾਡੇ ਕੋਲ ਸੈਕਿੰਡ ਰੀਜ਼ਨ ਆ ਗਿਆ ਓਵਰ ਐਕਸਪਲੋਇਟੇਸ਼ਨ। ਜਦੋਂ ਅਸੀਂ ਆਪਣੇ ਫਾਇਦੇ ਲਈ ਆਰਗੇਨਿਜ਼ਮਸ ਨੂੰ, ਐਨੀਮਲਸ ਨੂੰ, ਸਪੀਸ਼ੀਜ਼ ਨੂੰ ਐਕਸਪਲੋਇਟ ਕਰਦੇ ਹਾਂ, ਉਹਦੇ ਕਰਕੇ ਪੋਪੂਲੇਸ਼ਨ ਸਾਈਜ਼ ਘਟ ਜਾਂਦਾ ਔਰ ਉਹ ਰਿਸਕ ਤੇ ਆ ਜਾਂਦੇ ਨੇ ਆਫ ਐਕਸਟਿੰਕਸ਼ਨ, ਰਾਈਟ। ਜਿਵੇਂ ਸਟੈਲਰ ਸੀ ਕਾਓ ਹੈ, ਪੈਸੇਂਜਰ ਪਿਜਨ, ਜਿਹਨੂੰ ਅਸੀਂ ਆਪਣੇ ਫਾਇਦੇ ਲਈ ਯੂਜ਼ ਕਰਕੇ ਅਸੀਂ ਆਪਣੇ ਫਾਇਦੇ ਲਈ ਉਹਨੂੰ ਯੂਜ਼ ਕਰੀਗੇ ਤੇ ਉਹਨਾਂ ਦਾ ਨੰਬਰ ਘਟਣਾ ਸ਼ੁਰੂ ਹੋ ਗਿਆ। ਓਵਰ ਐਕਸਪਲੋਇਟੇਸ਼ਨ ਕਰਤੀ ਨਾ ਤੁਸੀਂ। ਨੈਫੈਂਥਿਸ ਹੈ, ਸਿਲੋਟਮ ਹੈ, ਰੋਵੋਲਫੀਆ ਹੈ, ਆਲ ਆਰ ਪ੍ਰੋਨ ਟੂ ਓਵਰ ਐਕਸਪਲੋਇਟੇਸ਼ਨ। ਠੀਕ ਹੈ, ਅਸੀਂ ਇਹਨਾਂ ਤੋਂ ਪ੍ਰੋਡਕਟਸ ਲੈਣ ਲਈ, ਆਪਣਾ ਫਾਇਦਾ ਲੈਣ ਲਈ ਇਹਨਾਂ ਨੂੰ ਐਕਸਪਲੋਇਟ ਕਰਦੇ ਹਾਂ। ਦੈਨ ਇਜ਼ ਏਲੀਅਨ ਸਪੀਸ਼ੀਜ਼ ਇਨਵੇਜਨ। ਬੇਟਾ ਏਲੀਅਨ ਸਪੀਸ਼ੀਜ਼ ਮੀਨਸ ਕੋਈ ਨਿਊ ਸਪੀਸ਼ੀਜ਼ ਅਗਰ ਕਿਸੇ ਜਿਓਗ੍ਰਾਫੀਕਲ ਏਰੀਆ 'ਚ, ਕਿਸੇ ਪਰਟੀਕੂਲਰ ਏਰੀਆ ਦੀ ਆਪਾਂ ਗੱਲ ਕਰੀਏ, ਉੱਥੇ ਕੋਈ ਨਵੀਂ ਸਪੀਸ਼ੀਜ਼ ਆ ਜਾਵੇ ਤਾਂ ਉਹ ਜਿਹੜੀ ਸਪੀਸ਼ੀਜ਼ ਹੁੰਦੀ ਉਹਨੂੰ ਐਗਜ਼ੋਟਿਕ ਔਰ ਏਲੀਅਨ ਸਪੀਸ਼ੀਜ਼ ਕਹਿੰਦੇ ਆ। ਔਰ ਇਹਦੇ ਕਰਕੇ ਵੀ ਜਿਹੜੇ ਐਗਜ਼ਿਸਟਿੰਗ ਸਪੀਸ਼ੀਜ਼ ਹੈ, ਜਿਹੜੀ ਉੱਥੇ ਪਹਿਲਾਂ ਹੀ ਹੈ, ਉਹ ਥ੍ਰੈਟਨਡ ਹੁੰਦੀ ਜਾ ਰਹੀ ਹੈ, ਉਹਦਾ ਨੰਬਰ ਘਟਦਾ ਜਾ ਰਿਹਾ। ਜਿਵੇਂ ਇਹ ਸ਼ੋਰਨੀਆ ਵਾਟਰ ਹਾਈਸਿੰਥ ਥ੍ਰੈਟਨਸ ਮੈਨੀ ਐਕੁਐਟਿਕ ਸਪੀਸ਼ੀਜ਼। ਜਦੋਂ ਇਹ ਵਾਟਰ ਹਾਈਸਿੰਥ ਜਿਹਦੇ ਵੱਡੇ ਵੱਡੇ ਪੱਤੇ ਹੁੰਦੇ, ਵਾਟਰ ਪਾਣੀ 'ਤੇ ਗਰੋ ਕਰਦਾ, ਅਗਰ ਇਹ ਗਰੋ ਕਰਨ ਲੱਗ ਜੇ ਤਾਂ ਸਾਡੇ ਕਈ ਇੱਕ ਪਾਣੀ 'ਚ ਰਹਿਣ ਵਾਲੇ ਸਪੀਸ਼ੀਜ਼ ਨੂੰ ਲਾਸ ਹੁੰਦਾ, ਉਹ ਥ੍ਰੈਟਨ ਸਪੀਸ਼ੀਜ਼ ਦੀ ਕੈਟੇਗਰੀ 'ਚ ਆ ਜਾਂਦੇ ਨੇ। ਜਿਵੇਂ ਪਾਰਥੀਨੀਅਮ ਕੈਰਟ ਗ੍ਰਾਸ ਹੈ, ਇਹ ਜਿੱਥੇ ਗਰੋ ਕਰਦੀ ਉੱਥੇ ਹਰਬਸ, ਸ਼ਰਬ ਸਭ ਖਤਮ ਕਰ ਦਿੰਦੀ ਹੈ। ਸੋ ਕੋਈ ਅਲੱਗ ਜੀ ਸਪੀਸ਼ੀਜ਼, ਫੋਰਨ ਸਪੀਸ਼ੀਜ਼ ਜਿਹਨੂੰ ਅਸੀਂ ਏਲੀਅਨ ਸਪੀਸ਼ੀ ਕਹਿੰਦੇ, ਉਹਦੇ ਆਉਣ ਕਰਕੇ ਜਿਹੜੀ ਉੱਥੋਂ ਪਹਿਲਾਂ ਜਿਹੜੀ ਉੱਥੇ ਸਪੀਸ਼ੀਜ਼ ਗਰੋ ਕਰ ਰਹੀ ਉਹਨੂੰ ਡਿਸਟਰਬੈਂਸ ਹੁੰਦੀ ਹੈ। ਦੈਨ ਇਜ਼ ਕੋ ਐਕਸਟਿੰਕਸ਼ਨ। ਠੀਕ ਹੈ ਜੀ ਬੇਟਾ, ਫੋਰ ਐਗਜ਼ਾਮਪਲ ਦੋ ਆਰਗੇਨਿਜ਼ਮ ਨੇ ਜਿਹੜੇ ਮਿਊਚੁਅਲਿਸਟਿਕ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ, ਮਿਊਚੁਅਲਿਜ਼ਮ ਜਿਹਨੂੰ ਕਹਿੰਦੇ, ਦੇ ਡਿਪੈਂਡ ਔਨ ਈਚ ਅਦਰ, ਜਿਵੇਂ ਪ੍ਰਨੂਬਾ ਤੇ ਯੂਕਾ। ਠੀਕ ਹੈ, ਪਰ ਅਗਰ ਦੋਨਾਂ ਦੇ ਵਿੱਚੋਂ, ਦੋਨੋਂ ਇੱਕ ਦੂਜੇ 'ਤੇ ਇੰਨੇ ਕੁ ਡਿਪੈਂਡ ਕਰਦੇ, ਦੋਨਾਂ ਦੇ ਵਿੱਚੋਂ ਇੱਕ ਵੀ ਸਪੀਸ਼ੀਜ਼ ਜਿਹੜੀ ਅਗਰ ਖਤਮ ਹੋਣ ਦੇ ਕਗਾਰ 'ਤੇ ਆ ਗਈ, ਐਕਸਟਿੰਕਟ ਹੋਣ ਲੱਗੀ, ਐਕਸਟਿੰਕਸ਼ਨ ਆਫ ਵਨ ਜਾਂ ਖਤਮ ਹੋ ਗਈ, ਤਾਂ ਦੂਜੀ ਆਪਣੇ ਆਪ ਹੀ ਖਤਮ ਹੋ ਜਾਏਗੀ। ਠੀਕ ਹੈ ਜੀ, ਮੀਨਸ ਦੋ ਆਰਗੇਨਿਜ਼ਮ A ਐਂਡ B, ਸਪੋਜ਼ ਦੇ ਆਰ ਇਨ ਮਿਊਚੁਅਲ ਰਿਲੇਸ਼ਨਸ਼ਿਪ ਵਿਦ ਈਚ ਅਦਰ, ਅਗਰ A ਡਿਸਟਰਬ ਹੋਗੀ, ਡਿਸਟਰੋਏ ਹੋਗੀ, ਤਾਂ B ਵੀ ਡਿਸਟਰੋਏ ਹੋ ਜਾਏਗੀ, ਜਾਂ B ਵੀ ਐਕਸਟਿੰਕਟ ਹੋ ਜਾਏਗੀ। ਸੋ ਇਹ ਐਗਜ਼ਾਮਪਲ ਹੈ। ਠੀਕ ਹੈ, ਜਾਂ ਜਿਵੇਂ ਅਸੀਂ ਕਹਿ ਦਈਏ ਇੱਕ ਹੋਸਟ ਹੈ, ਫਿਸ਼ ਦੀ ਸਪੀਸ਼ੀ ਹੈ, ਇਹਦੇ ਉੱਤੇ ਅੰਦਰ ਪੈਰਾਸਾਈਟਸ ਰਹਿੰਦੇ ਨੇ, ਦੋਨਾਂ 'ਚੋਂ ਇੱਕ ਵੀ ਖਤਮ ਹੋਈ ਤਾਂ ਦੂਜੀ ਸਪੀਸ਼ੀ ਨੂੰ ਵੀ ਇਫੈਕਟ ਪਏਗਾ, ਰਾਈਟ। ਸੋ ਨੈਕਸਟ ਸਾਡੇ ਕੋਲ ਆ ਗਿਆ, ਦੀਜ਼ ਆਰ ਦਾ 4 ਮੇਜਰ ਰੀਜ਼ਨ। ਠੀਕ ਹੈ, ਜਿਹਦੇ ਕਰਕੇ ਬਾਇਓਡਾਇਵਰਸਿਟੀ ਲਾਸ। ਠੀਕ ਹੈ ਜੀ, ਮੀਨਸ ਆਪਾਂ ਇੱਥੇ ਕਹਿ ਰਹੇ ਸੀ ਕਿ ਜਿਹੜੀ ਹੋਸਟ ਫਿਸ਼ ਹੈ, ਜਿਹਦੇ ਨਾਲ ਪੈਰਾਸਾਈਟ ਮਿਊਚੁਅਲ ਰਿਲੇਸ਼ਨਸ਼ਿਪ 'ਚ ਰਹਿ ਰਿਹਾ, ਅਗਰ ਫਿਸ਼ ਖਤਮ ਹੋਏਗੀ ਤਾਂ ਪੈਰਾਸਾਈਟ ਆਪਣੇ ਆਪ ਹੀ ਸੇਮ, ਉਹਨੂੰ ਵੀ ਉਹ ਸੇਮ ਫੇਟ, ਉਹਨੂੰ ਸੇਮ ਹੀ ਉਹਦੇ ਲਈ ਵੀ ਹੋਏਗਾ ਕਿ ਉਹ ਵੀ ਖਤਮ ਹੋ ਜਾਏਗਾ। ਠੀਕ ਹੈ, ਸੋ 4 ਮੇਜਰ ਰੀਜ਼ਨਸ ਨੇ, ਕਾਜ਼ਜ਼ ਨੇ ਬਾਇਓਡਾਇਵਰਸਿਟੀ ਲਾਸ ਦੇ। ਵਨ ਇਜ਼ ਹੈਬੀਟੈਟ ਲਾਸ ਐਂਡ ਫਰੈਗਮੈਂਟੇਸ਼ਨ, ਸੈਕਿੰਡ ਇਜ਼ ਓਵਰ ਐਕਸਪਲੋਇਟੇਸ਼ਨ, ਥਰਡ ਇਜ਼ ਏਲੀਅਨ ਸਪੀਸ਼ੀਜ਼ ਇਨਵੇਜਨ, ਐਂਡ ਫੋਰਥ ਇਜ਼ ਕੋ ਐਗਜ਼ਿਸਟੈਂਸ, ਰਾਈਟ। ਸੋ ਆਪਾਂ ਇਸ ਸੈਸ਼ਨ ਦੇ ਵਿੱਚ ਪੜ੍ਹ ਲਿਆ ਕਿ ਸਾਡੇ ਕੋਲ ਐਕਸਟਿੰਕਸ਼ਨ ਕੀ ਹੁੰਦੀ ਹੈ, ਕਿਸ ਤਰੀਕੇ ਨਾਲ ਹੁੰਦੀ, ਕਿਵੇਂ ਹੋ ਰਹੀ ਹੈ ਐਕਸਟਿੰਕਸ਼ਨ। ਠੀਕ ਹੈ,
ਔਰ ਫਿਰ ਅਸੀਂ ਪੜ੍ਹਿਆ ਕਿ ਜਿਹੜੀ ਬਾਇਓਡਾਇਵਰਸਿਟੀ ਲਾਸ ਹੋ ਰਹੀ ਉਹਦੇ ਮੇਨ ਕਾਜ਼ਸ ਕੀ ਹੈ। ਠੀਕ ਹੈ, ਸੋ ਬੇਟਾ ਇੱਥੇ ਅਸੀਂ ਅੱਜ ਆਪਣਾ ਇਹ ਵਾਲਾ ਟੌਪਿਕ ਫਿਨਿਸ਼ ਕਰਦੇ ਹਾਂ। ਸੋ ਇਸ ਤੋਂ ਨੈਕਸਟ ਜਿਹੜਾ ਟੌਪਿਕ ਅਸੀਂ ਨੈਕਸਟ ਵੀਡੀਓ 'ਚ ਡਿਸਕਸ ਕਰਾਂਗੇ ਦੈਟ ਵਿਲ ਬੀ ਕਿ ਅਸੀਂ ਹੁਣ ਕਹਿ ਤਾਂ ਦਿੱਤਾ ਕਿ ਬਾਇਓਡਾਇਵਰਸਿਟੀ ਲਾਸ ਹੋ ਰਹੀ ਹੈ। ਠੀਕ ਹੈ, ਪਰ ਆਪਾਂ ਬਾਇਓਡਾਇਵਰਸਿਟੀ ਨੂੰ ਕੰਜ਼ਰਵ ਕਰਨਾ ਕਿਉਂ ਚਾਹੁੰਦੇ, ਬਚਾਉਣਾ ਕਿਉਂ ਚਾਹੁੰਦੇ ਹਾਂ। ਠੀਕ ਹੈ, ਬਚਾਉਣਾ ਚਾਹੁੰਦੇ ਹਾਂ ਨਾ ਅਸੀਂ ਬਾਇਓਡਾਇਵਰਸਿਟੀ ਨੂੰ ਕਿ ਪਲਾਂਟਸ ਤੇ ਐਨੀਮਲਸ ਖਤਮ ਨਾ ਹੋਣ। ਵਾਈ? ਸੋ ਦਿਸ ਵੀ ਵਿਲ ਡਿਸਕਸ ਇਨ ਅਵਰ ਨੈਕਸਟ ਵੀਡੀਓ।